ਪਾਵਨ ਪਵਿੱਤਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਸੂਹੀ ਰਾਗ ਦੇ ਅੰਦਰ ਚਾਰ ਲਾਵਾਂ ਦਾ ਪਾਠ ਹੈ। ਉਹ ਚਾਰ ਲਾਵਾਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀਆਂ ਉਚਾਰਨ ਨੇ। ਚਲੋ ਇਹ ਵਿਚਾਰ ਸੰਗਤਾਂ ਵੱਲੋਂ ਵੀ ਬੇਨਤੀ ਆਈ ਕਿ ਆਪਾਂ ਲਾਵਾਂ ਦੇ ਪਾਠ ਦੀ ਵਿਆਖਿਆ ਦੇ ਨਾਲ ਜੁੜੀਏ। ਸੋ ਮਨ ਵਿੱਚ ਵੀ ਸੀ ਕਿ ਇਹਦੇ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਪਾਵਨ ਪਵਿੱਤਰ ਸਮੇਂ ਨੂੰ ਮੁੱਖ ਰੱਖ ਕੇ ਜੋ ਬਾਣੀ ਉਚਾਰਨ ਕੀਤੀ ਰਾਗ ਸੂਹੀ ਦੇ ਅੰਦਰ, ਇੱਕ ਤਾਂ ਆਪਾਂ ਆਰੰਭਤਾ ਦੇ ਵਿੱਚ ਇਹ ਦੋ ਕਾਰਜ ਜ਼ਰੂਰ ਕਰਨੇ ਨੇ। ਵਿਚਾਰ ਆਪਾਂ ਸ਼ੁਰੂ ਕਰਨੀ ਹੈ, ਪਾਵਨ ਬਾਣੀ ਦੇ ਸ਼ਬਦਾਰਥਾਂ ਨਾਲ ਜੁੜਨਾ ਹੈ। ਮੇਨ ਮਕਸਦ ਆਪਣਾ ਉਹੀ ਹੈ, ਗੁਰਬਾਣੀ ਦੇ ਸ਼ਬਦਾਰਥ ਤੇ ਭਾਵ ਅਰਥਾਂ ਨੂੰ ਸਮਝੀਏ। ਪਰ ਉਸ ਤੋਂ ਪਹਿਲਾਂ ਜੋ ਆਨੰਦ ਕਾਰਜ ਨੂੰ ਮੁੱਖ ਰੱਖ ਕੇ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹਰਮੰਦਰ ਸਾਹਿਬ ਦਰਬਾਰ ਸਾਹਿਬ, ਉਹਨਾਂ ਵੱਲੋਂ ਜੋ ਮਰਿਆਦਾ ਬਣਾਈ ਗਈ ਹੈ, ਸਿੱਖ ਰਹਿਤ ਮਰਿਆਦਾ, ਜੋ ਉਹਨਾਂ ਵੱਲੋਂ ਇਹ ਤਾਕੀਦ ਕੀਤੀ ਗਈ ਹੈ ਕਿ ਹਰ ਇੱਕ ਗੁਰਸਿੱਖ ਆਪਣੇ ਬੱਚੇ ਬੱਚੀ ਦਾ ਵਿਆਹ ਐਸ ਮਰਿਆਦਾ ਵਿੱਚ ਰਹਿ ਕੇ ਕਰੇ। ਉਹ ਮਰਿਆਦਾ ਕੀ ਹੈ? ਮੇਰਾ ਮਨ ਹੈ ਕਿ ਆਪਾਂ ਨਾ ਅੱਜ ਦਾ ਦਿਨ ਉਸ ਮਰਿਆਦਾ ਨੂੰ ਪੜ੍ਹੀਏ ਤੇ ਕੱਲ ਤੋਂ ਆਪਾਂ ਫਿਰ ਸੂਹੀ ਰਾਗ, ਫਿਰ ਕੱਲੀਆਂ ਲਾਵਾਂ ਨਹੀਂ, ਸਾਰੇ ਸੂਹੀ ਰਾਗ, ਕਿਉਂਕਿ ਸੂਹੀ ਰਾਗ ਮਲਾਪ ਦਾ ਰਾਗ ਹੈ। 728 ਅੰਗ ਤੋਂ ਸੂਹੀ ਰਾਗ ਸ਼ੁਰੂ ਹੁੰਦਾ ਹੈ। 6 ਦੇ 6 ਗੁਰੂ ਸਾਹਿਬਾਨਾਂ ਦੀ ਬਾਣੀ, ਪਹਿਲੇ ਪਾਤਸ਼ਾਹ, ਦੂਸਰੇ, ਤੀਸਰੇ, ਚੌਥੇ, ਪੰਜਵੇਂ ਪਾਤਸ਼ਾਹ ਤੇ 9ਵੇਂ ਪਾਤਸ਼ਾਹ ਜੀਆਂ ਦੀ ਬਾਣੀ ਦਰਜ ਹੈ। ਉਸ ਤੋਂ ਬਾਅਦ 3 ਭਗਤਾਂ ਦੀ ਬਾਣੀ ਵੀ ਇਸ ਰਾਗ ਵਿੱਚ ਦਰਜ ਹੈ। ਇੱਕ ਵਾਰ ਵੀ ਹੈ ਇਸ ਰਾਗ ਦੇ ਵਿੱਚ, ਸੂਹੀ ਕੀ ਵਾਰ, ਜੋ ਕਿ ਪਹਿਲੇ, ਦੂਸਰੇ ਅਤੇ ਤੀਸਰੇ ਪਾਤਸ਼ਾਹ ਨੇ ਰਚੀ ਹੈ। ਤੇ ਇਸ ਤੋਂ ਇਲਾਵਾ 3 ਭਗਤਾਂ ਦੀ ਬਾਣੀ ਵੀ ਦਰਜ ਹੈ, ਜਿਹਦੇ ਵਿੱਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਫਰੀਦ ਜੀ, ਉਹਨਾਂ ਤਿੰਨਾਂ ਨੇ ਵੀ ਇਹ ਮਿਲਾਪ ਦੇ ਸ਼ਬਦ ਉਹਦੇ ਵਿੱਚ ਅੰਕਿਤ ਕੀਤੇ। ਅਸਲ ਦੇ ਵਿੱਚ ਮਿਲਾਪ ਇਸ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਮੇਨ ਉਹੀ ਹੈ ਅਧਿਆਤਮਿਕ ਤੌਰ ਤੇ, ਪਰ ਨਾਲ ਨਾਲ ਇਹਨੂੰ ਸੰਸਾਰਿਕ ਤੌਰ ਤੇ ਵੀ ਇੱਕ ਬਹੁਤ ਵੱਡੀ ਰਸਮ ਅਦਾ ਕਰਨ ਦਾ ਜ਼ਰੀਆ ਬਣਾਇਆ। ਸੋ ਉਹਨਾਂ ਦੇ ਆਪਾਂ ਫਿਰ ਅਗਲੀ ਵਿਚਾਰ ਸੂਹੀ ਰਾਗ ਦੀ ਫਿਰ ਕਰਨੀ ਹੈ, ਕਿਉਂਕਿ ਮੇਰਾ ਮਨ ਹੈ ਕਿ ਆਪਾਂ ਸਾਰੇ ਰਾਗ ਦੀ ਵਿਚਾਰ ਕਰਨੀ ਹੈ। ਠੀਕ ਹੈ, ਭਾਵ ਅਰਥ ਆਪਾਂ ਜ਼ਰੂਰ ਸ਼ਬਦਾ ਚਾਰ ਲਾਵਾਂ ਦੀ ਕਰਨੇ ਨੇ, ਪਰ ਨਾਲ ਜਿਹੜੇ ਮੇਨ ਸ਼ਬਦ ਨੇ ਉਹਨਾਂ ਸ਼ਬਦਾਂ ਦੀ ਵੀ ਆਪਾਂ ਵਿਆਖਿਆ ਜ਼ਰੂਰ ਕਰਾਂਗੇ। ਕੁਝ ਦਿਨ ਵੱਧ ਲੱਗ ਸਕਦੇ ਨੇ, ਕਾਹਲ ਨਾ ਕਰਿਆ ਜੇ, ਬੇਨਤੀ ਹੈ। ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਨੇ ਜੋ ਹਰਮੰਦਰ ਸਾਹਿਬ ਨੇ ਮਰਿਆਦਾ ਬਣਾਈ, ਸਾਨੂੰ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਗਠਨ 1920 ਵਿੱਚ ਹੋਇਆ। ਉਦੋਂ ਪਹਿਲਾਂ ਸੰਤਾਂ, ਮਹੰਤਾਂ, ਮਹਾਂਪੁਰਸ਼ਾਂ ਦੇ ਕੋਲ ਇਹਨਾਂ ਦਾ ਪ੍ਰਬੰਧ ਸੀ, ਗੁਰੂ ਘਰਾਂ ਦਾ। ਇਸ ਤੋਂ ਇਲਾਵਾ ਜਦੋਂ 1920 ਦੇ ਵਿੱਚ ਗਠਨ ਹੋਇਆ ਤੇ ਇਹ ਵਿਚਾਰਾਂ ਹੋਈਆਂ ਕਿ ਗੁਰਸਿੱਖ ਕਿਵੇਂ ਦਾ ਹੋਣਾ ਚਾਹੀਦਾ ਹੈ, ਕਿਉਂਕਿ ਹਰ ਬੰਦਾ ਆਪ ਮੁਹਾਰਾ ਆਪਣੇ ਹਿਸਾਬ ਦੇ ਨਾਲ ਕਾਨੂੰਨ ਨਹੀਂ ਘੜ ਸਕਦਾ। ਫਿਰ ਇਹਨਾਂ ਦਾ ਇੱਕ ਤਕਰੀਬਨ 150 ਪੌਣੇ 200 ਸੰਤਾਂ, ਮਹਾਂਪੁਰਸ਼ਾਂ ਦਾ, ਉਸ ਵੇਲੇ ਦੇ ਬੁੱਧੀਜੀਵੀਆਂ ਦਾ, ਪ੍ਰੋਫੈਸਰਾਂ ਦਾ, ਬੜੇ ਪੜ੍ਹੇ ਲਿਖੇ ਲੋਕਾਂ ਦਾ, ਜਿਹੜੇ ਸਿਰਮੌਰ ਸਾਡੀ ਕੌਮ ਦੇ ਵਿਦਵਾਨ ਸੀ, ਉਹਨਾਂ ਨੇ ਬਹਿ ਕੇ ਮਤਾ ਪਕਾਇਆ। 1932 ਤੋਂ ਲੈ ਕੇ 1945 ਤੱਕ ਤਕਰੀਬਨ 13 ਸਾਲ ਉਹਨਾਂ ਨੂੰ ਜੋ ਸਿੱਖ ਰਹਿਤ ਮਰਿਆਦਾ ਲਿਖਣ ਤੇ ਲੱਗ ਗਏ। ਬੜੀਆਂ ਸ਼ੋਧਾਂ ਕੀਤੀਆਂ, ਬੜਾ ਕੁਝ ਵਿਚਾਰਿਆ, ਅਖੀਰਲਾ ਜਿਹੜਾ ਨਿਚੋੜ ਕੱਢਿਆ, ਫਿਰ ਉਹ ਇੱਕ ਕਿਤਾਬ ਲਿਖੀ ਜਿਸ ਨੂੰ ਆਪਾਂ ਕਹਿੰਦੇ ਆ ਸਿੱਖ ਰਹਿਤ ਮਰਿਆਦਾ। ਉਸ ਦੇ ਵਿੱਚ ਕਿਵੇਂ ਜਨਮ ਵੇਲੇ ਕੀ ਰਸਮਾਂ ਕਰਨੀਆਂ ਨੇ ਗੁਰਸਿੱਖ ਨੇ, ਅੰਤਮ ਸੰਸਕਾਰ ਵੇਲੇ ਕੀ ਕਰਨੀਆਂ ਨੇ, ਆਨੰਦ ਕਾਰਜਾਂ ਵੇਲੇ ਕੀ ਰਸਮਾਂ ਕਰਨੀਆਂ ਨੇ, ਕਿਵੇਂ ਕਰਨੀਆਂ ਨੇ, ਉਹ ਸਾਰੀਆਂ ਗੱਲਾਂ ਲਿਖੀਆਂ ਨੇ। ਸੋ ਉਹਦੇ ਵਿੱਚੋਂ ਆਨੰਦ ਕਾਰਜ ਵੇਲੇ ਕੀ ਰਸਮਾਂ, ਉਹ ਤਕਰੀਬਨ 22 ਸ਼ਰਤਾਂ ਲਿਖੀਆਂ ਨੇ। ਜੋ ਸ਼ਰਤਾਂ ਕਹਿ ਸਕਦੇ ਆ, ਕਾਨੂੰਨ ਕਹਿ ਸਕਦੇ ਆ, ਉਹ ਕੀ ਨੇ? ਮੇਰਾ ਬੇਨਤੀ ਹੈ ਕਿ ਆਪਾਂ ਥੋੜੀ ਪੰਛੀ ਝਾਤ ਪਾਵਾਂਗੇ। ਸਭ ਤੋਂ ਪਹਿਲਾਂ ਉਹਦੇ ਵਿੱਚ ਇਹ ਵਿਚਾਰ ਹੈ ਕਿ ਇੱਕ ਸਿੱਖ ਅਤੇ ਇੱਕ ਸਿੱਖਣੀ ਦਾ ਵਿਆਹ
ਬਿਨਾਂ ਜਾਤ ਪਾਤ ਗੋਤ ਵਿਚਾਰ ਤੋਂ ਹੋਣਾ ਚਾਹੀਦਾ। ਜਾਤ ਪਾਤ ਨਹੀਂ ਵੇਖਣੀ। ਕਿਸੇ ਵੀ ਗੁਰਸਿੱਖ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨ ਵੇਲੇ ਕਿਸੇ ਤਰ੍ਹਾਂ ਦੀ ਜਾਤ ਗੋਤ ਨਹੀਂ, ਸਿਰਫ ਯੋਗ ਵਰ ਦੇਖਣਾ ਹੈ। ਬੱਚਾ ਯੋਗ ਹੋਵੇ ਸਾਡੀ ਬੱਚੀ ਦੇ। ਜੇ ਸਾਡਾ ਬੱਚਾ ਹੈ ਤੇ ਅੱਗੇ ਜੋ ਲੜਕੀ ਲਿਆ ਰਿਹਾ ਉਹ ਯੋਗ ਵਰ ਹੋਵੇ। ਦੂਸਰੀ ਜਿਹੜੀ ਇਹਦੇ ਵਿੱਚ ਤਾਕੀਦ ਹੈ ਕਿ ਸਿੱਖ ਦੀ ਪੁੱਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ, ਇਹ ਵੀ ਨਾਲ ਤਾਕੀਦ ਹੈ। ਤੀਸਰੀ ਜਿਹੜੀ ਇਹਦੇ ਵਿੱਚ ਤਾਕੀਦ ਦੱਸੀ ਹੈ ਕਿ ਸਿੱਖ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਦਾ। ਆਨੰਦ ਰੀਤੀ ਵੇਖੋ, ਆਨੰਦ ਸਾਹਿਬ ਦਾ ਆਪਾਂ ਸਭ ਤੋਂ ਪਹਿਲਾਂ ਆਨੰਦ ਸਾਹਿਬ ਦੀ ਵਿਆਖਿਆ ਵੀ ਕੀਤੀ ਹੈ। ਆਨੰਦ ਗੁਰਸਿੱਖ ਦੇ ਜੀਵਨ ਦਾ ਅਟੁੱਟ ਅੰਗ ਹੈ। ਆਨੰਦਪੁਰ ਸਾਹਿਬ, ਸਾਡਾ ਤਾਂ ਜਨਮ ਹੀ ਆਨੰਦਪੁਰ ਸਾਹਿਬ ਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਖਾਲਸੇ ਨੂੰ ਜਦੋਂ ਅੰਮ੍ਰਿਤ ਛਕਾਇਆ ਉਦੋਂ ਇੱਕ ਗੱਲ ਕਹੀ ਸੀ ਕਿ ਅੱਜ ਤੋਂ ਬਾਅਦ ਤੁਸੀਂ ਇਹ ਸਮਝਣਾ ਕਿ ਸਾਡੀ ਜਨਮ ਭੂਮੀ ਆਨੰਦਪੁਰ ਸਾਹਿਬ ਹੈ। ਉੱਥੇ ਇੱਕ ਕਿਲਾ ਆਨੰਦਗੜ੍ਹ ਵੀ ਹੈ, ਕਿਲਾ ਕੇਸਗੜ੍ਹ ਵੀ ਹੈ। ਚੇਤੇ ਰੱਖਣਾ, ਆਨੰਦ ਬਹੁਤ ਵੱਡਾ ਸ਼ਬਦ ਹੈ, ਇਹਦੀ ਬੜੀ ਵੱਡੀ ਵਿਆਖਿਆ ਹੈ। ਆਪਾਂ ਤਕਰੀਬਨ ਸਵਾ ਮਹੀਨਾ ਡੇਢ ਮਹੀਨਾ ਇਸ ਤੇ ਲਾਇਆ ਸੀ। ਅਗਲਾ ਬਚਨ ਹੈ ਕਿ ਲੜਕੀ ਲੜਕੇ ਦਾ ਵਿਆਹ ਬਚਪਨ ਵਿੱਚ ਨਹੀਂ ਕਰਨਾ। ਇਹ ਜੋ ਚੌਥੀ ਤਾਕੀਦ ਹੈ। ਪੰਜਵੀਂ ਜਿਹੜੀ ਤਾਕੀਦ ਹੈ, ਕਿਉਂਕਿ ਮੇਰਾ ਫਰਜ਼ ਬਣਦਾ ਹੈ ਕਿ ਮੈਂ ਸਿੱਖ ਰਹਿਤ ਮਰਿਆਦਾ ਸੰਗਤ ਨੂੰ ਪੜ੍ਹ ਕੇ ਜ਼ਰੂਰ ਸੁਣਾਵਾਂ। ਜੇਕਰ ਮੈਂ ਨਾ ਸੁਣਾਵਾਂਗਾ ਤੇ ਸੰਗਤ ਨੂੰ ਕਿਵੇਂ ਪਤਾ ਲੱਗੇਗਾ। ਸਤਿਗੁਰ ਜੀ ਫਰਮਾਨ ਕਰਦੇ ਨੇ, ਜਦ ਲੜਕੀ ਜਾਂ ਲੜਕਾ ਆਪਣੇ ਤਨ ਕਰਕੇ, ਮਨ ਕਰਕੇ, ਆਚਾਰ ਕਰਕੇ ਵਿਆਹ ਕਰਨ ਦੇ ਯੋਗ ਹੋ ਜਾਵੇ, ਮਨ ਵੀ ਉਸ ਦਾ ਹੋਵੇ, ਸਰੀਰਕ ਤੌਰ ਤੇ ਵੀ ਪਰਪੱਕ ਹੋਵੇ ਤੇ ਨਾਲ ਦਿਮਾਗੀ ਮੈਂਟਲੀ ਤੌਰ ਤੇ ਵੀ ਪੂਰੀ ਤਰ੍ਹਾਂ ਪਰਪੱਕ ਹੋਵੇ, ਸਮਝਦਾ ਹੋਵੇ ਵੀ ਇਹ ਜਿਹੜਾ ਰਿਸ਼ਤਾ ਹੈ ਇਹ ਕੀ ਹੈ, ਤਾਂ ਕਿਸੇ ਯੋਗ ਸਿੱਖ ਦੇ ਨਾਲ ਆਨੰਦ ਪੜ੍ਹਾਇਆ ਜਾਵੇ। ਇਹਨੂੰ ਆਨੰਦ ਪੜ੍ਹਨਾ ਵੀ ਕਹਿੰਦੇ ਨੇ। ਅੱਛਾ, ਇਹ ਪੰਜ ਜਿਹੜੀਆਂ ਸ਼ਰਤਾਂ ਨੇ, ਇਸ ਤੋਂ ਅਗਲੀ ਹੈ, ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਕਰਨੀ ਜ਼ਰੂਰੀ ਨਹੀਂ। ਮੈਂ ਇੱਕ ਬੇਨਤੀ ਨਾਲ ਹੋਰ ਕਰ ਦਵਾਂ, ਅੱਜ ਕੱਲ ਜੋ ਵਿਆਹ ਹੋ ਰਹੇ ਨੇ ਨਾ, ਉਹ ਵਿਆਹ ਇਸ ਰਹਿਤ ਮਰਿਆਦਾ ਦੇ ਉੱਪਰ ਬਿਲਕੁਲ ਵੀ ਪੈਰਾ ਨਹੀਂ ਦੇ ਰਹੇ। ਕਿਤੇ ਬਾਅਦ ਵਿੱਚ ਕੋਈ ਆਖੇ ਜੀ ਇਹ ਗੱਲਾਂ ਕਿਉਂ, ਮੈਂ ਸਿਰਫ ਉਹ ਪੜ੍ਹ ਕੇ ਸੁਣਾ ਰਿਹਾ ਜਿਹੜਾ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ। ਅਸੀਂ ਨਹੀਂ ਮੰਨਦੇ, ਉਹ ਗੱਲ ਵੱਖਰੀ ਹੈ, ਲੇਕਿਨ ਪੜ੍ਹ ਕੇ ਸੁਣਾਉਣਾ ਇਹ ਸਾਡਾ ਫਰਜ਼ ਹੈ। ਫਰਮਾਨ ਕਰਦੇ ਨੇ ਕਿ ਆਨੰਦ ਤੋਂ ਪਹਿਲਾਂ ਕੁੜਮਾਈ ਦੀ ਰਸਮ ਇਹ ਕਰਨੀ ਜ਼ਰੂਰੀ ਨਹੀਂ, ਪਰ ਜੋ ਕਰਨੀ ਹੋਵੇ ਤਾਂ ਕਹਿੰਦੇ ਕਿ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸਾ ਸੋਧ ਕੇ ਇੱਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੀ ਝੋਲੀ ਵਿੱਚ ਪਾ ਦੇਣ। ਇਹ ਰਸਮ ਦੱਸੀ ਹੈ। ਇਸ ਤੋਂ ਅਗਲੀ ਰਸਮ ਉਹ ਕਿਵੇਂ ਕਰਨੀ ਹੈ, ਉਹ ਇਹ ਹੈ ਕਿ ਆਨੰਦ ਦਾ ਦਿਨ ਮੁਕਰਰ ਕਰਨ ਲੱਗਿਆਂ ਕੋਈ ਥਿਤ ਵਾਰ ਚੰਗਾ ਮੰਦਾ ਦਿਨ ਇਹਦੀ ਖੋਜ ਨਹੀਂ ਕਰਨੀ, ਕੋਈ ਪੱਤਰੀ ਨਹੀਂ ਪੜਾਉਣੀ, ਕੋਈ ਆਉਣ ਵਾਲੇ ਟਾਈਮ ਦਾ ਕਿਸੇ ਤੋਂ ਨਹੀਂ ਪੁੱਛਣਾ ਵੀ ਸ਼ੁਭ ਦਿਨ ਦੱਸੋ। ਕੋਈ ਵੀ ਦਿਨ ਜੋ ਦੋਹਾਂ ਧਿਰਾਂ ਨੂੰ ਆਪਸ ਵਿੱਚ ਸਲਾਹ ਕਰਕੇ ਚੰਗਾ ਲੱਗੇ ਉਹ ਨੀਅਤ ਕਰ ਲੈਣਾ ਚਾਹੀਦਾ। ਵੇਖੋ, ਇਹ ਸਭ ਤੋਂ ਪਹਿਲਾਂ ਤੇ ਇੱਥੋਂ ਹੀ ਅਸੀਂ ਫਸ ਜਾਂਦੇ ਆ। ਅਸੀਂ ਕਹਿ ਦਿੰਦੇ ਆ ਜੀ ਦਿਨ ਦੱਸੋ ਸ਼ੁਭ, ਵੀ ਅਸ਼ੁਭ ਦਿਨ ਕਿਹੜਾ ਹੈ, ਮਾੜਾ ਦਿਨ ਵੀ ਰੱਬ ਨੇ ਕੋਈ ਚਾੜਿਆ ਕਦੇ। ਅਗਲਾ ਬਚਨ ਹੈ, ਸਿਹਰਾ, ਮੁਕਟ, ਗਾਨਾ ਬੰਨਣਾ, ਪਿੱਤਰ ਪੂਜਣੇ, ਕੱਚੀ ਲੱਸੀ ਵਿੱਚ ਪੈਰ ਪਾਉਣਾ। ਚਲੋ ਇਹ ਕਈ ਰਸਮਾਂ ਹੁਣ ਨਹੀਂ ਹੁੰਦੀਆਂ ਹੋਣੀਆਂ, ਲੇਕਿਨ ਪਹਿਲਾਂ ਹੁੰਦੀਆਂ ਹੋਣਗੀਆਂ, ਕਿਉਂਕਿ ਇਹ ਤਾਂ ਹੀ ਇਹਨਾਂ ਦਾ ਜ਼ਿਕਰ ਆਇਆ ਨਾ। ਬੇਰੀ ਜਾਂ ਜੰਡੀ ਵੱਢਣੀ, ਘੜੋਲੀ ਭਰਨੀ, ਰੁੱਸ ਕੇ ਜਾਣਾ, ਇਹ ਵੀ ਰਸਮਾਂ ਨੇ। ਛੰਦ ਪੜ੍ਹਨੇ, ਹਵਨ ਕਰਨਾ, ਬੇਦੀ ਗੱਡਣੀ। ਇਸ ਤੋਂ ਇਲਾਵਾ ਵੇਸ਼ਵਾ ਦਾ ਨਾਚ ਤੇ ਸ਼ਰਾਬ ਇਹ ਬਿਲਕੁਲ ਵਿਆਹ ਦੇ ਵਿੱਚ ਨਹੀਂ ਕਰਨਾ। ਇਹ ਸਿੱਖ ਰਹਿਤ ਮਰਿਆਦਾ ਤੋਂ ਬਿਲਕੁਲ ਬਾਹਰ ਦੀ ਗੱਲ ਹੈ, ਪਰ ਇਹ ਸਾਰਾ ਕੁਝ ਅਸੀਂ ਕਰੀ ਜਾਂਦੇ ਹਾਂ। ਅਗਲਾ ਬਚਨ ਹੈ, ਜਿਤਨੇ ਥੋੜੇ ਆਦਮੀ ਲੜਕੀ ਵਾਲਾ ਮੰਗਾਵੇ ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ।
ਦੋਹੀਂ ਪਾਸੀ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ਫਤਿਹ ਬੁਲਾਈ ਜਾਵੇ। ਹਮ ਘਰ ਸਾਜਨ ਆਏ ਸ਼ਬਦ ਜਿਹੜਾ ਪੜ੍ਹਦੇ ਨੇ ਜੀ, ਉਹ ਪਹਿਲਾਂ ਪੜ੍ਹਦੇ ਹੁੰਦੇ ਸਨ ਰਾਗੀ ਸਿੰਘ। ਜਦੋਂ ਢੁਕਾ ਹੁੰਦਾ ਸੀ, ਬਰਾਤ ਪਹੁੰਚਦੀ ਹੈ, ਉਦੋਂ ਇਹ ਸ਼ਬਦ ਪੜ੍ਹੇ ਜਾਂਦੇ ਨੇ। ਚਲੋ ਸਮਾਂ ਸਾਰਾ ਹੀ ਬਦਲ ਗਿਆ ਜੀ। 100 ਦੀ 100% ਅੱਜ ਦਾ ਵਿਆਹ ਗੁਰੂ ਦੇ ਕਹਿਣੇ ਤੋਂ 100 ਦਾ 100% ਪਿੱਛੇ ਹੈ। ਐਵੇਂ ਕਹਿ ਦਈਏ ਠੀਕ ਹੈ, ਜਾਣਾ ਪੈਂਦਾ, ਹਰ ਇੱਕ ਨੂੰ ਪਤਾ, ਸਾਰਿਆਂ ਨੂੰ ਹੈ, ਲੇਕਿਨ ਫਿਰ ਵੀ ਜੋ ਰਹਿਤ ਮਰਿਆਦਾ ਵਿੱਚ ਦੱਸਿਆ ਗਿਆ, ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਨੂੰ ਜ਼ਰੂਰ ਵਾਚੀਏ। ਅੱਛਾ, ਇੱਕ ਦੋ ਬੇਨਤੀ ਆਪਾਂ ਹੋਰ ਕਰਕੇ, ਕਿਉਂਕਿ ਅੱਜ ਆਪਾਂ ਅੱਧੀਆਂ ਇਸ ਮਰਿਆਦਾ ਨੂੰ ਪੜਾਂਗੇ। ਅਗਲਾ ਹੈ ਕਿ ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਦੀਵਾਨ ਲੱਗੇ। ਹੁਣ ਆਨੰਦ ਕਿਵੇਂ ਪੜਨੇ ਨੇ? ਸੰਗਤ ਜਾਂ ਰਾਗੀ ਸਿੰਘ ਕੀਰਤਨ ਕਰਨ, ਫਿਰ ਲੜਕੀ ਤੇ ਲੜਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਬਿਠਾਏ ਜਾਣ। ਇੱਕ ਬੇਨਤੀ ਹੋਰ ਕਰਾਂ, ਆਨੰਦ ਕਾਰਜ ਵੇਲੇ ਪੜ੍ਹੀ ਜਾਣ ਵਾਲੀ ਲਾਵਾਂ ਦੀ ਬਾਣੀ ਸੂਹੀ ਰਾਗ ਵਿੱਚ ਦਰਜ ਹੈ ਤੇ ਸੂਹੀ ਰਾਗ ਅੰਮ੍ਰਿਤ ਵੇਲੇ ਪੜ੍ਹਿਆ ਜਾਂਦਾ ਹੈ। ਅਸਲ ਦੇ ਵਿੱਚ ਆਨੰਦ ਕਾਰਜ ਦਾ ਸਹੀ ਸਮਾਂ ਅੰਮ੍ਰਿਤ ਵੇਲਾ ਹੈ। ਹੁਣ ਕੋਈ ਇਨਸਾਨ, ਚਲੋ ਬਾਣੀ ਤਾਂ ਕਿਸੇ ਵੀ ਸਮੇਂ ਪੜ੍ਹੀ ਜਾ ਸਕਦੀ ਹੈ, ਲੇਕਿਨ ਕੋਈ ਬੰਦਾ ਸ਼ਾਮ ਨੂੰ ਜਪਜੀ ਸਾਹਿਬ ਪੜ੍ਹੇ ਜਾਂ ਸਵੇਰ ਨੂੰ ਰਹਿਰਾਸ ਪੜ੍ਹੇ, ਹੁਣ ਕਹਦੇ ਜੀ ਬਾਣੀ ਤਾਂ ਬਾਣੀ ਹੈ। ਨਹੀਂ, ਜਿਹੜੇ ਰਾਗ ਨੇ ਨਾ, ਜਿਨ੍ਹਾਂ ਰਾਗਾਂ ਵਿੱਚ ਬੰਨੀ ਗਈ ਹੈ ਬਾਣੀ, ਉਹਨਾਂ ਰਾਗਾਂ ਨੂੰ ਗਾਉਣ ਦਾ ਇੱਕ ਟਾਈਮ ਹੈ। ਸੂਹੀ ਰਾਗ ਦੂਜੇ ਪਹਿਰ ਗਾਇਆ ਜਾਂਦਾ ਹੈ। ਦੂਜਾ ਪਹਿਰ ਪਤਾ ਕਿਹੜਾ ਬਣਦਾ? ਇੱਕ 24 ਘੰਟਿਆਂ ਦੇ ਵਿੱਚ 8 ਪਹਿਰ ਹੁੰਦੇ ਨੇ। ਇੱਕ ਦਿਨ ਦੇ ਵਿੱਚ 8 ਪਹਿਰ ਹੁੰਦੇ ਨੇ। ਰਾਤ ਨੂੰ 12 ਵਜੇ ਤੋਂ ਪਹਿਲਾ ਪਹਿਰ ਸ਼ੁਰੂ ਹੋ ਜਾਂਦਾ ਹੈ। 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ। ਰਾਤ ਨੂੰ 12 ਤੋਂ 3 ਵਜੇ ਤੱਕ ਪਹਿਲਾ ਪਹਿਰ, 3 ਤੋਂ 6 ਵਜੇ ਤੱਕ ਦੂਜਾ ਪਹਿਰ। ਇਹ ਦੂਜੇ ਪਹਿਰ ਦੀ ਬਾਣੀ ਹੈ। ਸੱਚ ਦਸੀਏ ਤਾਂ ਆਨੰਦ ਕਾਰਜ ਦੀ ਰਸਮ ਇਹ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ, ਕਿਉਂਕਿ ਇਹ ਬਾਣੀ ਦਾ ਜਾਪ ਹੀ ਉਦੋਂ ਕੀਤਾ ਜਾਂਦਾ ਹੈ। ਅਗਲਾ ਜਿਹੜਾ ਬਚਨ ਹੈ ਕਿ ਲੜਕੀ ਲੜਕੇ ਦੇ ਖੱਬੇ ਪਾਸੇ ਬੈਠੇ। ਚਲੋ ਜਦੋਂ ਸੰਗਤ ਵਿੱਚ ਆਉਣਾ, ਸੰਗਤ ਦੀ ਆਗਿਆ ਲੈ ਕੇ ਆਨੰਦ ਪੜਾਉਣ ਵਾਲਾ ਸਿੱਖ ਮਰਦ ਜਾਂ ਇਸਤਰੀ, ਇਹ ਵੀ ਮੁਕਰਰ ਨਹੀਂ ਕਿ ਕੇਵਲ ਸਿੱਖ ਆਨੰਦ ਕਾਰਜ ਪੜ੍ਹੇ। ਕੋਈ ਇਸਤਰੀ ਵੀ ਜੇਕਰ ਬਾਣੀ ਪੜ੍ਹ ਲੈਂਦੀ ਹੈ, ਉਹ ਵੀ ਆਨੰਦ ਕਾਰਜ ਪੜ੍ਹਾ ਸਕਦੀ ਹੈ। ਲੜਕੇ ਲੜਕੀ ਦੇ ਉਹਨਾਂ ਦੇ ਮਾਪਿਆਂ ਜਾਂ ਸਰਬਰਾਹਾਂ ਨੂੰ ਖੜਾ ਕਰਕੇ ਆਨੰਦ ਦੇ ਆਰੰਭ ਦੀ ਅਰਦਾਸ ਸੋਧੇ। ਦੇਖੋ ਸਾਰੀ ਸੰਗਤ ਆਈ ਹੁੰਦੀ ਹੈ, ਇੱਕੋ ਪਰਪਸ ਵਾਸਤੇ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕੱਲਾ ਲੜਕੇ ਦਾ ਪਿਤਾ ਖੜਾ ਹੋਵੇ, ਮਾਤਾ ਖੜੀ ਹੋਵੇ। ਅਸਲ ਦੇ ਵਿੱਚ ਇਹ ਉਦੋਂ ਕਿਹਾ ਜਾਂਦਾ ਹੈ ਜਦੋਂ ਲੋਕ ਵੱਖ-ਵੱਖ ਪਰਪਸਾਂ ਤੋਂ ਉੱਥੇ ਅਰਦਾਸਾਂ ਕਰਾਉਣ ਆਏ ਹੋਣ ਜਾਂ ਮੱਥਾ ਟੇਕਣ ਆਏ ਹੋਣ। ਲੇਕਿਨ ਜਦੋਂ ਸਾਰੇ ਹੀ ਆਪਾਂ ਇੱਕ ਕੰਮ ਨੂੰ ਆਏ ਆ ਤੇ ਫਿਰ ਸਾਰੇ ਖੜ ਕੇ ਆਗਿਆ ਲੈ ਲਈਏ। ਇਸ ਤੋਂ ਬਾਅਦ ਲੜਕੇ ਲੜਕੀ ਨੂੰ ਗੁਰਮਤਿ ਅਨੁਸਾਰ ਗ੍ਰਸਥ ਧਰਮ ਦੇ ਫਰਜ਼ਾਂ ਦਾ ਉਪਦੇਸ਼ ਕਰੇ, ਜਿਹੜਾ ਗ੍ਰੰਥੀ ਸਿੰਘ ਹੈ। ਹੁਣ ਤੇ ਗ੍ਰੰਥੀ ਸਿੰਘ ਨੂੰ ਪਹਿਲਾਂ ਕਹਿ ਦਿੱਤਾ ਜਾਂਦਾ ਹੈ, ਬਾਬਾ ਜੀ ਮਿੰਟ 20 ਲਾਇਓ, ਅੱਗੇ ਸਾਡਾ ਪੈਲੇਸ ਦੇ ਵਿੱਚ ਪ੍ਰੋਗਰਾਮ ਬਹੁਤ ਤਗੜਾ ਚੱਲ ਰਿਹਾ, ਸੋ ਜ਼ਿਆਦਾ ਟਾਈਮ ਨਾ ਲਾਇਓ। ਤੇ ਇੱਥੇ ਤਾਂ ਲਿਖਿਆ ਕਿ ਦੋਨਾਂ ਨੂੰ ਬਾਬਾ ਉਪਦੇਸ਼ ਕਰੇ, ਸਾਂਝਾ ਉਪਦੇਸ਼ ਸੁਣਾਵੇ। ਅਗਲਾ ਬਚਨ ਹੈ, ਇਸ ਵਿੱਚ ਸੂਹੀ ਰਾਗ ਦੀਆਂ ਲਾਵਾਂ ਦੇ ਭਾਵ ਅਨੁਸਾਰ ਪਤੀ ਪਤਨੀ ਦੇ ਸੰਬੰਧ ਨੂੰ ਜੀਵ ਤੇ ਪਰਮਾਤਮਾ ਦੇ ਪਿਆਰ ਦੇ ਨਮੂਨੇ ਉੱਤੇ ਢਾਲਣ ਦੀ ਵਿਧੀ ਦੱਸੀ। ਜਿਵੇਂ ਦਾ ਪਿਆਰ ਪਤੀ ਪਤਨੀ ਵਿੱਚ, ਐਵੇਂ ਦਾ ਪਿਆਰ ਜੀਵ ਆਤਮਾ ਤੇ ਪਰਮਾਤਮਾ ਦੇ ਵਿੱਚ ਹੋਵੇ। ਆਪਸ ਵਿੱਚ ਪ੍ਰੇਮ ਦਾਰਾ ਏਕ ਜੋਤ ਦੋਏ ਮੂਰਤੀ ਹੋਣਾ ਦੱਸੇ ਤੇ ਗ੍ਰਸਥ ਧਰਮ ਨਿਭਾਉਂਦੇ ਹੋਏ ਆਪਣੇ ਸਾਂਝੇ ਭਰਤਾ ਅਕਾਲ ਪੁਰਖ ਨਾਲ ਇੱਕਮਿਕ ਹੋਣਾ ਦ੍ਰਿੜਾਵੇ, ਉਪਦੇਸ਼ ਦੇਵੇ। ਦੋਹਾਂ ਨੇ ਇਸ ਸੰਜੋਗ ਨੂੰ ਮਨੁੱਖਾ ਜਨਮ ਦੀ ਯਾਤਰਾ ਨੂੰ ਸਫਲਤਾ ਨਾਲ ਨਿਭਾਉਣ ਦਾ ਸਾਧਨ ਬਣਾਉਣਾ, ਇਹ ਉਪਦੇਸ਼ ਦੇਵੇ। ਦੋਹਾਂ ਨੇ ਇਸ ਸੰਜੋਗ ਦੇ ਰਾਹੀਂ ਪਵਿੱਤਰ ਤੇ ਗੁਰਮੁਖੀ ਜੀਵਨ ਬਿਤਾਉਣਾ। ਫਿਰ ਲੜਕੇ ਤੇ ਲੜਕੀ ਨੂੰ ਆਪੋ ਆਪਣੇ ਵੱਖੋ ਵੱਖਰੇ ਗ੍ਰਸਥ ਧਰਮ ਦੇ ਫਰਜ਼ ਦੱਸੇ ਜਾਣ। ਪਹਿਲਾਂ ਸਾਂਝਾ ਉਪਦੇਸ਼, ਫਿਰ ਲੜਕੇ ਨੂੰ ਅਲੱਗ ਤੇ ਲੜਕੀ ਨੂੰ ਅਲੱਗ। ਲਾਵਾਂ ਵੇਲੇ ਇੰਨਾ ਸਮਝਾਇਆ ਜਾਵੇ। ਇੱਥੇ ਤਾਂ ਅਸੀਂ ਤਮਾਸ਼ਾ ਬਣਾ ਕੇ ਰੱਖ ਦਿੱਤਾ ਲਾਵਾਂ ਦੇ ਪਾਠ ਨੂੰ।
ਅਸੀਂ ਸੱਚ ਦਸੀਏ ਬਿਲਕੁਲ ਵੀ ਇਹਨਾਂ ਰੀਤਾਂ ਦੇ ਉੱਪਰ ਨਹੀਂ। ਵੇਖੋ 150 ਵਿਦਵਾਨਾਂ ਨੇ ਰਲ ਕੇ ਇਹ ਮਰਿਆਦਾ ਲਿਖੀ ਸੀ, ਜਿਹੜੀ ਮਰਿਆਦਾ ਨੂੰ ਅਸੀਂ ਠੁੱਡਾ ਮਾਰ ਦਿੰਨੇ ਹਾਂ। ਅੱਜ ਤੱਕ ਇਸ ਮਰਿਆਦਾ ਨੂੰ ਕੋਈ ਖੰਡਨ ਨਹੀਂ ਕਰ ਸਕਿਆ, ਬਦਲ ਨਹੀਂ ਸਕਿਆ। ਅਗਲਾ ਬਚਨ ਹੈ, ਚਲੋ ਵੱਖੋ ਵੱਖਰੇ ਉਹਨਾਂ ਨੂੰ ਉਪਦੇਸ਼ ਦੇਵੇ। ਇਸ ਤੋਂ ਬਾਅਦ ਕੰਨਿਆ ਨੂੰ ਦੱਸਿਆ ਜਾਵੇ ਕਿ ਭਾਈ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਹਜੂਰ ਇਸ ਸੱਜਣ ਦੇ ਲੜ ਲਾਇਆ ਜਾਂਦਾ ਹੈ। ਆਪ ਇਹਨਾਂ ਦੇ ਨਿਰਮਲ ਭਾਵ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਆਪਣੇ ਸਾਰੇ ਪ੍ਰੇਮ ਤੇ ਸ਼ਰਧਾ ਦਾ ਮਾਲਕ ਸਮਝਣਾ। ਦੁੱਖ ਸੁੱਖ ਦੇਸ ਪ੍ਰਦੇਸ ਆਪਣੇ ਪਤੀ ਵਰਤ ਧਰਮ ਵਿੱਚ ਪੱਕੇ ਰਹਿਣਾ। ਪਤੀ ਨੂੰ ਕਹਿਣਾ ਕਿ ਪਤਨੀ ਵਰਤ ਧਰਮ ਵਿੱਚ ਪੱਕੇ ਰਹਿਣਾ, ਪਰਪੱਕ ਰਹਿਣਾ, ਵਿਸ਼ਵਾਸ ਬਣਾਉਣਾ। ਉਸ ਤੋਂ ਬਾਅਦ ਲੜਕੀ ਦਾ ਪਿਤਾ ਪੱਲਾ, ਲੜਕੇ ਦਾ ਪੱਲਾ ਆਪਣੀ ਬੇਟੀ ਦੇ ਹੱਥ ਵਿੱਚ ਪਕੜਾਵੇ। ਇਹ ਵੀ ਜ਼ਰੂਰੀ ਨਹੀਂ, ਜੇ ਪਿਤਾ ਨਾ ਹੋਵੇ, ਮੌਕੇ ਤੇ ਨਾ ਹੋਵੇ, ਜਾਂ ਕਈ ਵਾਰੀ ਚੜ੍ਹਾਈ ਹੋ ਜਾਂਦੇ, ਸੋ ਉਸ ਵੇਲੇ ਕੋਈ ਵੀ ਘਰ ਦਾ ਜਿਹੜਾ ਮੋਹਰੀ ਹੈ, ਆਗੂ ਹੈ, ਵੱਡਾ ਵਡੇਰਾ ਹੈ, ਉਹ ਲੜਕੇ ਦੇ ਗਲ ਦਾ ਜਿਹੜਾ ਪੱਲਾ ਹੈ ਉਹਦਾ ਇੱਕ ਸਿਰਾ ਬੱਚੀ ਨੂੰ ਫੜਾਵੇ। ਫਿਰ 4 ਲਾਵਾਂ ਦਾ ਪਾਠ। ਅੱਛਾ, ਇਹ ਖੜ ਕੇ ਸੁਣਨ ਦਾ ਪਾਠ ਹੈ, ਬਾਰ-ਬਾਰ ਬੈਠਣਾ ਨਹੀਂ ਹੁੰਦਾ ਇਹਦੇ ਵਿੱਚ। ਜਦੋਂ ਇੱਕ ਲਾਮ ਦਾ ਅਰਦਾਸ ਕਰਕੇ ਲਾਵਾਂ ਦਾ ਪਾਠ ਸ਼ੁਰੂ ਹੋ ਗਿਆ, ਇੱਕ ਪਰਿਕਰਮਾ ਕਰ ਲਈ ਜੋੜੇ ਨੇ ਗੁਰੂ ਸਾਹਿਬ ਨੂੰ ਸੱਜੇ ਹੱਥ ਰੱਖ ਕੇ। ਇਸ ਤੋਂ ਬਾਅਦ ਵਾਪਸ ਆਪਣੀ ਜਗ੍ਹਾ ਤੇ ਆਣ ਕੇ ਖੜੇ ਰਹਿਣਾ, ਉਹਨਾਂ ਨੇ ਬੈਠਣਾ ਨਹੀਂ। 4 ਲਾਵਾਂ ਦੇ ਪਾਠ ਤੋਂ ਬਾਅਦ ਫਤਿਹ ਬੁਲਾ ਕੇ ਬੈਠਣਾ। ਫਿਰ ਆਨੰਦ ਸਾਹਿਬ ਦਾ ਪਾਠ ਤੇ ਅਰਦਾਸ ਹੁੰਦੀ ਹੈ। ਇਸ ਤੋਂ ਅਗਲੀਆਂ ਜਿਹੜੀਆਂ ਕੁਝ ਕੁ ਹੋ ਰਹਿ ਗਈਆਂ ਨੇ, ਮੈਂ ਤਕਰੀਬਨ ਮੈਂ ਕੋਸ਼ਿਸ਼ ਕੀਤੀ ਹੈ ਕਵਰ ਕਰ ਲਈਏ। ਕੋਈ 2-4 ਮੇਨ ਜੋ ਹੈਗੇ ਨੇ ਮਰਿਆਦਾਵਾਂ, ਉਹਨਾਂ ਦੇ ਬਾਰੇ ਵਿੱਚ ਆਪਾਂ ਕੱਲ ਨੂੰ ਵਿਚਾਰ